सिख ਜਿਹੜੇ ਨੇ ਬਹੁਤ ਅੱਛੇ ਸਨ, ਸਾਡੇ ਨਾਲ ਬੜਾ ਅੱਛਾ ਸਲੂਕ ਕਰਦੇ ਸਨ। ਉਹ ਕੈਪਟਨ ਸਾਹਿਬ ਨੇ ਜਨਾਬ ਉਹਦੇ ਕੋਲ ਉਸ ਤਰ੍ਹਾਂ ਖੋ ਕੇ ਉਹਦਾ ਗਲ ਵੱਢ ਦਿੱਤਾ, ਗਲ ਵੱਢ ਕੇ ਆਪ ਬਾਹਰ ਨਿਕਲ ਗਿਆ। ਇੱਕ ਸਿੱਖ ਆਇਆ ਸੀ ਉੱਥੇ, ਉਹਨੇ ਮੈਨੂੰ ਪੁੱਛਿਆ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਮੈਂ ਆਖਿਆ ਜੀ ਮੈਂ ਰਹਿਣ ਵਾਲਾ ਹਵੇਲੀ ਲੱਖੇ ਦਾ, ਹੈਡ ਸੁਲੇਮਾਨ ਕੀ ਦਾ। ਉਹ ਕਹਿਣ ਲੱਗਾ ਯਾਰ ਉੱਥੇ ਤੂੰ ਕਿਸੇ ਬੰਦੇ ਨੂੰ ਜਾਣਨਾ ਹੈ? ਮੈਂ ਆਖਿਆ ਜੀ ਮੇਰਾ ਇਲਾਕਾ ਹੈ, ਮੈਂ ਸਾਰਿਆਂ ਨੂੰ ਜਾਣਨਾ। ਆਖਿਆ ਮਨਜ਼ੂਰ ਵੱਟੂ ਦਾ ਉਹਨੇ ਮੇਰੇ ਕੋਲ ਪੁੱਛਿਆ ਜੀ, ਅਤਾ ਦਾ ਮਾਣੇਕੇ ਦਾ ਪੁੱਛਿਆ, ਇਸ ਤਰ੍ਹਾਂ ਜੀ ਨੇ ਕਲਸਾਂ ਦਾ ਪੁੱਛਿਆ, ਦੀਵਾਨ ਦਾ ਪੁੱਛਿਆ। ਮੈਂ ਉਹਨੂੰ ਦੱਸਿਆ ਜੀ ਦਾਰੇ ਕੇ ਅਲੀ ਮੁਹੰਮਦ ਦਾਰੇ ਕੇ ਦਾ ਪੁੱਛਿਆ, ਉਹਨਾਂ ਦਾ ਮੈਂ ਉਹਨੂੰ ਦੱਸਦਾ ਰਿਹਾ। ਤੇ ਫਿਰ ਮੈਨੂੰ ਕਹਿਣ ਲੱਗਾ ਯਾਰ ਜਦੋਂ ਅੱਲਾ ਖਰੀਅਤ ਨਾਲ ਤੁਹਾਨੂੰ ਘਰ ਲੈ ਜਾਵੇ ਤੇ ਵਾਪਸ ਜਾਵੇ ਤੇ ਮੇਰਾ ਸਲਾਮ ਦੁਆ ਨਾ ਦੇਈ। ਮੈਂ ਕਿਹਾ ਜੀ ਠੀਕ ਹੈ, ਮੈਂ ਉਹਨਾਂ ਨੂੰ ਸਲਾਮ ਦੁਆ ਤੁਹਾਡਾ ਦੇ ਦਿਆਂ। ਅਟੈਕ ਕਰਕੇ ਉਹਨਾਂ ਦਾ ਕਿਲਾ ਜਿਹੜਾ ਕਬਜ਼ਾ ਕਰ ਲਿਆ, ਔਰ ਆਦਮੀ ਉਹਨਾਂ ਦੇ ਕੋਈ ਮਾਰ ਦਿੱਤੇ ਸੀ। ਗੱਡੀਆਂ ਵੀ ਅਸੀਂ ਉਹਨਾਂ ਦੀ ਪਕੜ ਲਈਆਂ, ਔਰ ਬੰਦੇ ਵੀ ਕਾਫੀ ਮਾਰੇ, ਉਹਨਾਂ ਦਾ ਨੁਕਸਾਨ ਅਸੀਂ ਕਾਫੀ ਕੀਤਾ ਸੀ। 40-45 ਅਸੀਂ ਕੈਦ ਕਰ ਲਏ ਸੀ, ਤੇ ਕੁਝ ਉਹਨਾਂ ਦੇ ਤਕਰੀਬਨ ਕੋਈ 35-36 ਆਦਮੀ ਜਿਹੜੇ ਨੇ ਮਾਰ ਦਿੱਤੇ ਸੀ ਅਸੀਂ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੇਰੇ ਸੋਹਣੇ ਸੱਜਣੋ ਤੇ ਮਿੱਤਰੋ, ਤੁਹਾਨੂੰ ਪੰਜਾਬ ਸਵੇਰਾ ਚੈਨਲ ਵੱਲੋਂ ਤੇ ਤੁਹਾਡੇ ਆਪਣੇ ਮੇਜ਼ਬਾਨ ਸ਼ਾਹਿਦ ਸਈਦ ਵੱਟੂ ਵੱਲੋਂ ਮੁਹੱਬਤਾਂ ਭਰਾ ਸਲਾਮ। ਮੇਰੇ ਸੋਹਣੇ ਸੱਜਣੋ ਤੇ ਮਿੱਤਰੋ, ਅੱਜ ਮੇਰੇ ਨਾਲ ਇੱਕ ਇਹੋ ਜਿਹੀ ਸ਼ਖਸੀਅਤ ਮੌਜੂਦ ਹੈ। ਅੱਜ ਮੈਂ ਇੱਕ ਐਸੇ ਬੰਦੇ ਦਾ ਤੁਹਾਨੂੰ ਤਾਰਫ ਕਰਾਉਣ ਲੱਗਾ, ਉਹਦਾ ਇੰਟਰਵਿਊ ਕਰਨ ਲੱਗਾ ਕਿ ਤੁਹਾਡੇ ਵਹਿਮੋ ਗੁਮਾਨ ਵਿੱਚ ਵੀ ਉਹ ਗੱਲ ਨਹੀਂ ਹੋਵੇਗੀ ਕਿ ਸਾਡੇ ਨਾਲ ਇਸ ਵਕਤ ਮੌਜੂਦ ਹਨ ਪਾਕ ਫੌਜ ਦੇ ਇੱਕ ਗਾਜ਼ੀ ਜਿਨ੍ਹਾਂ ਨੇ 2 ਜੰਗਾਂ ਲੜੀਆਂ ਨੇ, 1965 ਦੀ ਜੰਗ ਤੇ 1971 ਦੀ ਜੰਗ। ਔਰ ਮੈਂ ਉਸ ਗਾਜ਼ੀ ਨੂੰ ਸਲਾਮ ਪੇਸ਼ ਕਰਨਾ ਸਾਡੀ ਹੈਡ ਸੁਲੇਮਾਨ ਕੀ ਧਰਤੀ ਦੇ ਸਪੂਤ ਇਸ ਵਕਤ ਸਾਡੇ ਕੋਲ ਮੌਜੂਦ ਹੈ, ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਭ ਤੋਂ ਪਹਿਲੇ ਉਹ ਆਪਣਾ ਤਾਰਫ ਕਰਾਵਣ। ਉਸ ਤੋਂ ਬਾਅਦ ਅਸੀਂ ਉਹਨਾਂ ਕੋਲੋਂ 1965 ਦੀ ਜੰਗ ਦੇ ਹਵਾਲੇ ਨਾਲ ਤੇ 1971 ਦੀ ਜੰਗ ਦੇ ਹਵਾਲੇ ਨਾਲ ਜਿਹੜੇ ਵਾਕਿਆਤ ਉੱਥੇ ਹੋਏ ਨੂੰ, ਜਿਸ ਤਰ੍ਹਾਂ ਉਹਨਾਂ ਬਹਾਦਰੀ ਦਾ ਮੁਜ਼ਾਹਰਾ ਕੀਤਾ ਹੈ ਔਰ ਜਿਸ ਤਰੀਕੇ ਇਸ ਵਤਨ ਦੀ ਖਾਤਰ, ਇਸ ਮੁਲਕ ਦੀ ਖਾਤਰ, ਇਸ ਧਰਤੀ ਮਾਂ ਦੀ ਖਾਤਰ ਸੋਬਤਾਂ ਜਲੀਆਂ, ਕੁਰਬਾਨੀਆਂ ਦਿੱਤੀਆਂ। ਔਰ ਹਿੰਦੁਸਤਾਨ ਦੇ ਵਿੱਚ ਜਦੋਂ ਮਸ਼ਰਕੀ ਪਾਕਿਸਤਾਨ ਤੋਂ ਅਲੱਗ ਹੋਇਆ ਤੇ ਹਿੰਦੁਸਤਾਨ ਦੀ 2 ਸਾਲ ਕੈਦ ਵਿੱਚ ਵੀ ਰਹੇ, ਔਰ ਉੱਥੇ ਕੀ ਉਹਨਾਂ ਨਾਲ ਸਲੂਕ ਹੋਇਆ ਉਹ ਸਾਰਾ ਹਵਾਲ ਖੁਦ ਉਹ ਦੱਸਣਗੇ। ਮੇਰੇ ਨਾਲ ਇਸ ਟਾਈਮ ਮੌਜੂਦ ਹਨ ਹੈਡ ਸੁਲੇਮਾਨ ਕੀ ਦੇ ਹੀਰੋ ਚਾਚਾ ਮੁਹੰਮਦ ਤੁਫੈਲ ਸਾਹਿਬ। अस्सलाम वालेकुम चाचा जी। वालेकुम सलाम जनाब। चाचा जी की हाल है, ठीक हो? बिल्कुल ठीक ठाक है जी, खैरियत है, बिल्कुल ठीक है जी। अच्छा, सब तो पहले तुसी ये दसो कि तुहाडी उम्र कितनी है ते तुसी कित्थे पैदा होए ते कित्थों दे रहण वाले? मैं शुरू तो हैड सुलेमान की दा रहन वाला, और उम्र मेरी जिहड़ी हैगी है वो तकरीबन 70 तो 75 साल हो गई है। ते तुसी किहड़े सन दे विच रेंजर दे विच भर्ती होए? मैं 64 भर्ती होया रेंजर च, और उस ट्रेनिंग की उस तो बाद जनाब अली नाल लड़ाई लग गई 65 वाली। अच्छा, जदों 65 वाली जंग होई तुहाडी ड्यूटी किहड़ी जगह ते सी ते उत्थे की वाकया होया, किस तरीके जंग लगी, जंग दा इब्तदा उहदा आगाज़ किस तरह होया? असी इत्थों चले गए जनाब ट्रेनिंग करके रहीमियार खां। उस तो बाद जनाब सानू आर्डर मिल गया कि तुसी बार्डर ते जाना है। असी चले गए जनाब बार्डर रहीमियार खां ते। उस तो बाद जनाब ये जंग लग गई। असी जनाब जिहड़ा ना इलाका इंडिया का जिहड़ा वो तकरीबन जैसलमेर का इलाका पैंदा जी, असी गटाड़ू किला है उस ते कब्जा कर लिया सी। जदों तुसी उन्हां दे किले ते कब्जा कीता ਉਹ ਕਿੰਨੇ ਫਾਸਲੇ ਤੇ ਉਹ ਦੂਰ ਸੀ ਕਿਲਾ ਜਿੱਥੇ ਤੁਸੀਂ ਕਬਜ਼ਾ ਕੀਤਾ? ਅਸੀਂ ਤਕਰੀਬਨ ਆਪਣੇ ਬਾਰਡਰ ਤੋਂ 400 ਕਿਲੋਮੀਟਰ ਦੂਰ ਸੀ ਉਹ, ਔਰ ਉੱਥੇ ਜਾ ਕੇ ਉੱਥੇ ਉਹਨਾਂ ਅਟੈਕ ਕੀਤਾ। ਅਟੈਕ ਕਰਕੇ ਉਹਨਾਂ ਦਾ ਕਿਲਾ ਜਿਹੜਾ ਕਬਜ਼ਾ ਕਰ ਲਿਆ, ਔਰ ਆਦਮੀ ਉਹਨਾਂ ਦੇ ਕੋਈ ਮਾਰ ਦਿੱਤੇ ਸੀ। ਗੱਡੀਆਂ ਵੀ ਅਸੀਂ ਉਹਨਾਂ ਦੀ ਪਕੜ ਲਈਆਂ, ਔਰ ਬੰਦੇ ਵੀ ਕਾਫੀ ਮਾਰੇ, ਉਹਨਾਂ ਦਾ ਨੁਕਸਾਨ ਅਸੀਂ ਕਾਫੀ ਕੀਤਾ ਸੀ। ਯਾਨੀ ਤੁਸੀਂ ਜਦੋਂ ਉਹਨਾਂ ਦੇ ਆਪਣੇ ਬਾਰਡਰ ਤੋਂ 400 ਕਿਲੋਮੀਟਰ ਹਿੰਦੁਸਤਾਨ ਦੇ ਇਲਾਕੇ ਦੇ ਵਿੱਚ ਅੰਦਰ ਘੁਸ ਕੇ ਉੱਥੇ ਕਬਜ਼ਾ ਕਰ ਲਿਆ, ਉਹਨਾਂ ਦੇ ਫੌਜੀ ਮਾਰ ਦਿੱਤੇ, ਉਹਨਾਂ ਦੀਆਂ ਗੱਡੀਆਂ, ਉਹਨਾਂ ਦੇ ਅਸਲਾ ਉਹ ਆਪਣੇ ਕਬਜ਼ੇ 'ਚ ਲੈ ਲਿਆ ਤੇ ਕੁਝ ਕੈਦ ਵੀ ਕਰ ਲਏ। ਤੇ ਉਸ ਵਕਤ ਕਿੰਨੇ ਕੁ ਲੋਕ ਤੁਸੀਂ ਕੈਦ ਕੀਤੇ ਤੇ ਕਿੰਨੇ ਕੁ ਮਾਰੇ ਉੱਥੇ? ਤਕਰੀਬਨ ਕੋਈ 40-45 ਅਸੀਂ ਕੈਦ ਕਰ ਲਏ ਸੀ, ਤੇ ਕੁਝ ਉਹਨਾਂ ਦੇ ਤਕਰੀਬਨ ਕੋਈ 35-36 ਆਦਮੀ ਜਿਹੜੇ ਨੇ ਮਾਰ ਦਿੱਤੇ ਸੀ ਅਸੀਂ। ਬਾਕੀ ਦੇ ਜਿਹੜੇ ਨੇ ਉਹ ਵਾਪਸ ਚਲੇ ਗਏ, ਅਸੀਂ ਉਹਨਾਂ ਤੇ ਕਬਜ਼ਾ ਕਰ ਲਿਆ ਸੀ। ਯਾਨੀ ਚਾਚਾ ਮੁਹੰਮਦ ਤੁਫੈਲ ਸਾਹਿਬ ਦੱਸ ਰਹੇ ਨੂੰ ਕਿ 1965 ਦੀ ਜੰਗ ਦੇ ਵਿੱਚ ਰਹੀਮ ਯਾਰ ਖਾਂ ਵਾਲੇ ਬਾਰਡਰ ਦੇ ਉੱਤੇ ਇਹਨਾਂ ਦੀ ਡਿਊਟੀ ਸੀ ਤੇ 1965 ਦੀ ਜੰਗ ਲੱਗ ਗਈ। ਜਦੋਂ ਜੰਗ ਲੱਗੀ ਤੇ ਇਹ ਪਾਕਿਸਤਾਨ ਦੀ ਸਰਹੱਦ ਤੋਂ 400 ਕਿਲੋਮੀਟਰ ਅੰਦਰ ਇੰਡੀਆ ਦੇ ਏਰੀਆ ਦੇ ਵਿੱਚ ਘੁਸ ਗਏ। ਉੱਥੇ ਜਾ ਕੇ ਇਹਨਾਂ ਨੇ ਅਟੈਕ ਕੀਤਾ ਔਰ ਉਹਨਾਂ ਦੇ ਇੱਕ ਕਿਲੇ ਤੇ ਕਬਜ਼ਾ ਕਰ ਲਿਆ, ਜਿੱਥੇ 35-36 ਬੰਦੇ ਉਹਨਾਂ ਦੇ ਫੌਜੀ ਇਹਨਾਂ ਨੇ ਜਹੰਨਮ ਵਾਸਲ ਕਰ ਦਿੱਤੇ, ਮਾਰ ਦਿੱਤੇ, ਤੇ ਕਮ ਅਜ਼ ਕਮ ਕੋਈ 40 ਬੰਦਾ ਇਹਨਾਂ ਨੇ ਉੱਥੇ ਕੈਦ ਕਰ ਲਿਆ ਉਹਨਾਂ ਦਾ ਫੌਜੀ।
ਅੱਛਾ ਚਾਚਾ ਜੀ, ਤੁਸੀਂ ਇਹ ਦੱਸੋ ਕਿ ਜਦੋਂ 1971 ਵਾਲੀ ਜੰਗ ਲੱਗੀ ਉਦੋਂ ਤੁਹਾਡੀ ਡਿਊਟੀ ਕਿੱਥੇ ਸੀ, ਕਿਹੜੀ ਜਗ੍ਹਾ ਤੇ ਸੀ, ਕਿਹੜੇ ਬਾਰਡਰ ਤੇ ਸੀ? ਉਸ ਵਕਤ ਮੈਂ ਯਜ਼ਮਾਨ ਰਹਿੰਦਾ ਸਾਂ। ਯਜ਼ਮਾਨੋਂ ਮੇਰੀ ਪੋਸਟਿੰਗ ਹੋ ਗਈ, ਚਲੇ ਗਏ ਅਸੀਂ ਮਗਰਬੀ ਪਾਕਿਸਤਾਨ। ਉੱਥੇ ਹਾਲਾਤ ਖਰਾਬ ਸਨ, ਉੱਥੇ ਚਲੇ ਗਏ ਤੇ ਉੱਥੇ ਉਸ ਤੋਂ ਬਾਅਦ ਜਨਾਬ ਸਾਨੂੰ ਉਹਨਾਂ ਬਾਰਡਰ ਤੇ ਭੇਜ ਦਿੱਤਾ। ਟਿੱਕਾ ਜਨਰਲ ਸੀ ਉੱਥੇ, ਟਿੱਕਾ ਬਹੁਤ ਅੱਛਾ ਦਲੇਰ ਜਨਰਲ ਸੀ। ਔਰ ਉਸਨੇ ਕਿਹਾ ਵੀ ਆਪਾਂ ਜਿਹੜਾ ਹੈ ਨਾ ਇੱਥੇ ਨੌਕਰੀ ਤੁਸੀਂ ਇੱਥੇ ਕਰਨੀ ਹੈ, 25 ਸਾਲ ਇੱਥੇ ਰਹਿਣਾ ਔਰ ਉਸ ਤੋਂ ਬਾਅਦ ਇੱਥੇ ਜਿਹੜਾ ਇਹਨੇ ਘਬਰਾਉਣਾ ਨਹੀਂ। ਨਵੇਂ ਅਸੀਂ ਬੰਦੇ ਸਾਂ, ਲੇਕਿਨ ਅਸੀਂ ਫਿਰ ਪੋਸਟਾਂ 'ਤੇ ਚਲੇ ਗਏ ਔਰ ਉਹ ਲੜਾਈ ਲੱਗ ਗਈ। ਉੱਥੇ ਅਸੀਂ ਲੜਦੇ ਰਹੇ, ਤਕਰੀਬਨ 9 ਮਹੀਨੇ ਤੱਕ ਲੜਾਈ ਲੱਗੀ ਰਹੀ ਉੱਥੇ। ਚਾਚਾ ਮੁਹੰਮਦ ਤੁਫੈਲ ਦੱਸ ਰਹੀ ਹੈ ਕਿ ਮਸ਼ਰਕੀ ਪਾਕਿਸਤਾਨ ਜਿਹੜਾ ਇਸ ਵਕਤ ਬੰਗਲਾਦੇਸ਼ ਹੈ, 1971 ਵਾਲੀ ਜੰਗ ਦੇ ਵਿੱਚ ਇਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ। ਉਸ ਵਕਤ ਜਨਰਲ ਟਿੱਕਾ ਸਨ ਔਰ ਜਨਰਲ ਟਿੱਕਾ ਦਾ ਕਹਿਣਾ ਇਹ ਸੀ ਕਿ ਤੁਸੀਂ ਇੱਥੇ ਰਹਿਣਾ ਹੈ, ਲੜਨਾ ਹੈ ਤੇ ਘਬਰਾਣਾ ਨਹੀਂ। ਫਿਰ ਤੁਸੀਂ ਉੱਥੇ ਕਿੰਨੀ ਦੇਰ ਰਹੇ, ਕਿੰਨਾ ਅਰਸਾ ਉੱਥੇ ਜੰਗ ਲੜਦੇ ਰਹੇ? ਉੱਥੇ ਤਕਰੀਬਨ ਅਸੀਂ 9 ਮਹੀਨੇ ਲੜੀ ਹੈ ਜੰਗ। 9 ਮਹੀਨੇ ਤੋਂ ਬਾਅਦ ਜਿਹੜਾ ਜਨਰਲ ਟਿੱਕੇ ਦੀ ਪੋਸਟਿੰਗ ਹੋ ਗਈ, ਉਹ ਪਾਕਿਸਤਾਨ ਆ ਗਿਆ, ਇੱਧਰ ਆ ਗਿਆ ਵੈਸਟ ਪਾਕਿਸਤਾਨ, ਤੇ ਜਨਰਲ ਨਿਆਜ਼ੀ ਉੱਥੇ ਚਲਾ ਗਿਆ। ਜਨਰਲ ਨਿਆਜ਼ੀ ਮਸ਼ਰਕੀ ਪਾਕਿਸਤਾਨ ਚਲਾ ਗਿਆ। ਉਸ ਵਕਤ ਹਾਲਾਤ ਉੱਥੇ ਬਹੁਤ ਜ਼ਿਆਦਾ ਖਰਾਬ ਹੋ ਗਏ ਸਨ। ਯਾਨੀ ਜਿਹੜੇ ਮਸ਼ਰਕੀ ਪਾਕਿਸਤਾਨੀ ਸਨ, ਬੰਗਾਲੀ ਸਨ, ਉਹਨਾਂ ਨੇ ਬਗਾਵਤ ਕਰ ਦਿੱਤੀ। ਉੱਥੋਂ ਦੇ ਸਟੂਡੈਂਟਾਂ ਨੇ, ਤਾਲਬ ਇਲਮਾਂ ਨੇ ਫੌਜ ਦੇ ਖਿਲਾਫ ਇੱਕ ਮੁਨਜ਼ਮ ਤਨਜ਼ੀਮ ਬਣਾ ਕੇ ਤੇ ਉਹਨਾਂ ਤੇ ਹਮਲੇ ਸ਼ੁਰੂ ਕਰ ਦਿੱਤੇ, ਅਟੈਕ ਸ਼ੁਰੂ ਕਰ ਦਿੱਤੇ, ਲੜਨਾ ਸ਼ੁਰੂ ਕਰ ਦਿੱਤਾ ਤੇ ਮਾਮਲਾ ਬਹੁਤ ਹੀ ਗੰਭੀਰ ਹੋ ਗਿਆ ਕਿਉਂਕਿ ਉਸ ਵਕਤ ਪਾਕਿਸਤਾਨ ਦਾ ਹਿੱਸਾ ਸੀ ਮਸ਼ਰਕੀ ਪਾਕਿਸਤਾਨ। ਇਸ ਵਾਸਤੇ ਸਾਡੀ ਫੌਜ ਜ਼ਿਆਦਾ ਨੁਕਸਾਨ ਕਰਨ ਤੋਂ ਗੁਰੇਜ਼ ਕਰਦੀ ਰਹੀ ਕਿ ਅਗਰ ਅਸੀਂ ਇਹਨਾਂ ਨੂੰ ਮਾਰਾਂਗੇ ਤੇ ਸਾਡਾ ਆਪਣਾ ਹੀ ਨੁਕਸਾਨ ਹੈ। ਲੇਕਿਨ ਬੰਗਾਲੀਆਂ ਨੇ, ਬੰਗਲਾਦੇਸ਼ ਵਾਲਿਆਂ ਨੇ ਬਿਲਕੁਲ 1% ਵੀ ਨਹੀਂ ਸੋਚਿਆ ਕਿ ਅਸੀਂ ਆਪਣੇ ਮੁਸਲਮਾਨ ਫੌਜੀਆਂ ਤੇ ਉਹਨਾਂ ਤੇ ਅਟੈਕ ਕਰ ਰਹੇ ਹਾਂ, ਉਹਨਾਂ ਤੇ ਹਮਲੇ ਕਰ ਰਹੇ ਹਾਂ, ਉਹਨਾਂ ਦੇ ਖਿਲਾਫ ਬਗਾਵਤ ਕਰ ਦਿੱਤੀ ਗਈ। ਫਿਰ ਬਗਾਵਤ ਦੇ ਨਤੀਜੇ ਦੇ ਵਿੱਚ ਜਦੋਂ ਉੱਥੇ ਤੁਹਾਡੀ ਲੜਾਈ ਹੋਈ, ਜੰਗ ਹੋਈ, ਤੇ ਉਹਦੇ ਨਤੀਜੇ ਦੇ ਵਿੱਚ ਉੱਥੇ ਕਿੰਨੇ ਕੁ ਲੋਕ ਮਾਰੇ ਗਏ ਜਾਂ ਆਪਣੇ ਜਿਹੜੇ ਜਵਾਨ ਹੈ ਉਹਨਾਂ ਤੇ ਕਿਸ ਤਰ੍ਹਾਂ ਅਟੈਕ ਹੁੰਦੇ ਰਹੇ? ਉੱਥੇ ਇਹ ਹੋਇਆ ਜੀ, ਜਦੋਂ ਟਿੱਕਾ ਵਾਪਸ ਆਇਆ, ਟਿੱਕੇ ਨੇ ਸਾਨੂੰ ਕਿਹਾ ਸੀ ਕਿ ਆਮ ਮਾਫੀ ਦਾ ਐਲਾਨ ਹੋਵੇਗਾ ਨਾ, ਇਹ ਆਮ ਮਾਫੀ ਦਾ ਐਲਾਨ ਨਾ ਕਰਨਾ। ਲੇਕਿਨ ਨਿਆਜ਼ੀ, ਜਨਰਲ ਨਿਆਜ਼ੀ ਨੇ ਆਮ ਮਾਫੀ ਦਾ ਐਲਾਨ ਕਰ ਦਿੱਤਾ। ਉਹਨਾਂ ਦੀ ਕਮਾਂਡੋ ਔਰ ਗੁਰੀਲਾ ਸਾਰੇ ਜਿਹੜੇ ਸਿਵਲ ਕੱਪੜਿਆਂ 'ਚ ਘੁਸ ਗਏ। ਉਹਨਾਂ ਨੇ ਆ ਕੇ ਜਨਾਬ ਸਾਡੇ ਪਿੱਛੇ ਪੁਲਾਂ ਵੀ ਤੋੜਨ ਲੱਗ ਪਏ, ਸਾਡਾ ਕੈਂਪਾਂ 'ਤੇ ਹਮਲੇ ਕਰਦੇ ਸਨ। ਸਕੂਲ ਵਾਲੇ ਉਹ ਜੇ ਸਟੂਡੈਂਟ ਸਨ, ਜਿਹੜੇ ਮੁਖਤਾ ਬਾਨੀ, ਉਹਨਾਂ ਦੀ ਫੌਜ ਸੀ ਮੁਖਤੀ ਬਾਨੀ, ਉਹ ਇੰਡੀਆ ਵਾਲਿਆਂ ਦੇ ਨਾਲ ਰਲ ਕੇ ਜਨਾਬ ਸਾਡੇ 'ਤੇ ਹਮਲੇ ਕਰਦੇ ਸਨ ਔਰ ਉਹ ਜਨਾਬ ਅੱਗਾ ਲਾ ਦਿੰਦੇ ਸਨ, ਇਸ ਵਾਸਤੇ ਕਿ ਜ਼ਿਆਦਾ ਹਾਲਾਤ ਜਿਹੜੇ ਇਹਨਾਂ ਖਰਾਬ ਹੋ ਗਏ। ਲੇਕਿਨ ਅਸੀਂ ਜਿਹੜਾ ਨਾ ਫਿਰ ਵੀ ਜਿਹੜਾ ਨਾ ਦਲੇਰੀ ਨਾਲ ਉੱਥੇ ਲੜਦੇ ਰਹੇ ਉਹਨਾਂ ਦੇ ਨਾਲ। 9 ਮਹੀਨੇ ਤੱਕ ਤੁਸੀਂ ਉੱਥੇ ਲੜਦੇ ਰਹੇ, ਤੁਹਾਡੇ ਰਾਸਤੇ ਬੰਦ ਕਰ ਦਿੱਤੇ ਗਏ, ਯਾਨੀ ਤੁਸੀਂ ਉੱਥੇ ਮਹਿਸੂਰ ਹੋ ਕੇ ਰਹਿ ਗਏ। ਪਾਕਿਸਤਾਨ ਦਾ ਪਿੱਛੋਂ ਹਾਲਾਤ ਰਸਤਾ ਬੰਦ ਕਰਤਾ, ਨਹੀਂ ਅਮਦਾਦ ਨਹੀਂ ਪਹੁੰਚਦੀ ਸੀ ਸਾਡੀ ਪਾਕਿਸਤਾਨ 'ਚੋਂ, ਤਾਂ ਉਸ ਦੀ ਵਜ੍ਹਾ ਤੋਂ ਜਨਾਬ ਅਲੀ ਫਿਰ ਉਹ ਜਿਸ ਵਕਤ ਉਹਨਾਂ ਨੇ ਇੰਡੀਆ ਨੇ ਤੇ ਬੰਗਾਲੀਆਂ ਨੇ ਰਲ ਕੇ ਹਮਲਾ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਨਿਆਜ਼ੀ ਸਾਹਿਬ ਨੂੰ ਪਹਿਲੇ ਸਰੈਂਡਰ ਕਰਾਇਆ। ਉਸ ਤੋਂ ਬਾਅਦ ਜਿਹੜਾ ਨਿਆਜ਼ੀ ਨੇ ਐਲਾਨ ਕੀਤਾ ਵੀ ਤੁਸੀਂ ਜਿਹੜਾ ਢਾਕੇ ਕਲੋਜ਼ ਹੋ ਜਾਓ, ਸਰੈਂਡਰ ਹੋ ਗਿਆ ਵੀ ਇੱਥੇ ਆ ਜਾਓ। ਇੱਥੋਂ ਸਾਨੂੰ ਜਨਾਬ ਫਿਰ ਅਸੀਂ ਢਾਕੇ ਪਹੁੰਚ ਗਏ। ਜਦੋਂ ਢਾਕੇ ਤੁਸੀਂ ਪਹੁੰਚੇ ਉਸ ਵਕਤ ਤੁਸੀਂ ਵੇਖਿਆ ਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਹਨ। ਅਗਰ ਅਸੀਂ ਇੱਥੇ ਜੰਗ ਲੜਾਂਗੇ ਮਗਰੋਂ ਤੁਹਾਡੀ ਰਾਸ਼ਨ ਪਾਣੀ ਵੀ ਬੰਦ ਹੋ ਗਿਆ, ਤੁਹਾਡਾ ਅਸਲਾ ਬਰੂਦ ਵੀ ਬੰਦ ਹੋ ਗਿਆ, ਆਣਾ ਰਾਬਤਾ ਤੁਹਾਡਾ ਬਿਲਕੁਲ ਕੱਟਿਆ ਗਿਆ ਪਿਛਲੀ ਪਾਕਿਸਤਾਨ ਦੀ ਫੌਜ ਨਾਲ, ਤੇ ਉਸ ਵਕਤ ਤਾਂ ਤੁਸੀਂ ਮਜਬੂਰ ਹੋ ਗਏ ਸੀ। ਉਸ ਵਕਤ ਅਸੀਂ ਮਜਬੂਰ ਹੋ ਗਏ ਕਿਉਂਕਿ ਤੁਹਾਡੇ ਕੋਲ ਸਾਡੇ ਕੋਲ ਕੋਈ ਚੀਜ਼ ਨਹੀਂ ਸੀ, ਇਮਦਾਦ ਨਹੀਂ ਪਹੁੰਚਦੀ। ਪਾਕਿਸਤਾਨ ਦੇ ਸਾਰੇ ਜਿਹੜੇ ਰਸਤੇ ਬਹਿਰੀ ਵੀ ਬੰਦ ਹੋ ਗਏ ਸਨ, ਇਸ ਵਾਸਤੇ ਰਸਤਾ ਕੋਈ ਨਹੀਂ ਖੁਸ਼ਕੀ ਦਾ ਸੀ, ਜਿਸ ਵਜ੍ਹਾ ਸਾਨੂੰ ਮਜਬੂਰੀ ਬਣੀ ਕਿ ਇੰਡੀਆ ਜ਼ਿਆਦਾ ਹਮਲਾ ਕਰਕੇ ਆਵਾਮ ਮਾਰਦੀ ਸੀ ਸਾਨੂੰ, ਕਾਲਜ ਵਾਲੇ ਮਾਰਦੇ ਸਨ, ਉਧਰੋਂ ਆਰਮੀ ਵਾਲੇ ਮਾਰਦੇ ਸਨ, ਇੰਡੀਆ ਦੇ ਆਰਮੀ ਵਾਲੇ ਉਹ ਸਾਰੇ ਮਾਰਦੇ ਸਨ। ਮਜਬੂਰਨ ਸਾਨੂੰ ਜਿਹੜਾ ਨਾ ਫਿਰ ਸਿਲੰਡਰ ਕਰਨਾ ਪਿਆ। ਯਾਨੀ ਚਾਚੇ ਤੁਫੈਲ ਦਾ ਕਹਿਣਾ ਇਹ ਹੈ ਕਿ ਜਦੋਂ ਉੱਥੇ ਹਾਲਾਤ ਇੰਨੇ ਕੁ ਖਰਾਬ ਹੋ ਗਏ ਕਿ ਸਾਡੇ 4 ਚੁਫੇਰੂ ਰਸਤੇ ਬੰਦ ਹੋ ਗਏ ਔਰ ਮੁਕੰਮਲ ਤੌਰ ਤੇ ਕੱਟ ਹੋ ਕੇ ਰਹਿ ਗਏ, ਰਾਸ਼ਨ ਪਾਣੀ ਪਹੁੰਚਣਾ ਉੱਥੇ ਬੰਦ ਹੋ ਗਿਆ, ਇਹਨਾਂ ਕੋਲ ਅਸਲਾ ਬਰੂਦ ਉੱਥੇ ਤਕਰੀਬਨ ਖਤਮ ਹੋ ਗਿਆ। ਤੇ ਉਸ ਵਕਤ ਮਜਬੂਰੀ ਇਹ ਬਣ ਗਈ ਕਿ ਇੰਡੀਆ ਦੀ ਫੌਜ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਈ, ਬੰਗਾਲੀਆਂ ਦੇ ਨਾਲ ਸਟੂਡੈਂਟ ਵੀ ਸ਼ਾਮਲ ਹੋ ਗਏ, ਆਵਾਮ ਵੀ ਸ਼ਾਮਲ ਹੋ ਗਈ। ਉਹਨਾਂ ਨੇ ਇੱਕ ਬਗਾਵਤ ਕਰ ਦਿੱਤੀ ਔਰ ਉਸ ਬਗਾਵਤ ਦੇ ਨਤੀਜੇ ਵਿੱਚ ਜਦੋਂ ਸਾਡੀ ਫੌਜ ਕੋਲ ਉੱਥੇ ਅਸਲਾ ਖਤਮ ਹੋ ਗਿਆ, ਰਾਸ਼ਨ ਖਤਮ ਹੋ ਗਿਆ, ਮਹਿਸੂਰ ਹੋ ਗਏ, ਤਾਂ ਉਸ ਵਕਤ ਮਜਬੂਰਨ ਇਹਨਾਂ ਨੇ ਗ੍ਰਿਫਤਾਰੀ ਦੇ ਦਿੱਤੀ ਔਰ ਇੰਡੀਆ ਦੀ ਹਿਰਾਸਤ ਵਿੱਚ ਚਲੇ ਗਏ। ਕਿੰਨੀ ਦੇਰ ਤੱਕ ਤੁਸੀਂ ਇੰਡੀਆ ਦੀ ਹਿਰਾਸਤ ਵਿੱਚ ਰਹੇ, ਉੱਥੇ ਕੈਦ ਰਹੇ? ਅਸੀਂ ਤਕਰੀਬਨ 2 ਸਾਲ ਕੈਦ ਰਹੇ ਉੱਥੇ। ਇੱਥੋਂ ਸਾਨੂੰ ਜਿਵੇਂ ਬੰਗਾਲ ਤੋਂ ਜਨਾਬ ਅਲੀ ਉਹ ਲੈ ਗਏ ਇੰਡੀਆ, ਸਾਨੂੰ ਫਿਰ ਇਹਨਾਂ ਨੇ ਮੇਰਠ ਕੈਂਪ ਦੇ ਵਿੱਚ ਰੱਖਿਆ, ਉੱਥੇ ਅਸੀਂ 2 ਸਾਲ ਰਹੇ ਹਾਂ। ਅੱਛਾ, ਜਦੋਂ ਤੁਹਾਨੂੰ ਮੁਖਤਲਿਫ ਕੈਂਪਾਂ ਦੇ ਵਿੱਚ ਰੱਖਦੇ ਸਨ ਤੇ ਜ਼ਾਹਿਰ ਹੈ ਉਹਨਾਂ ਦੇ ਜਿਹੜੇ ਅਫਸਰ ਹਨ, ਜਿਸ ਤਰੀਕੇ ਸਾਡੇ ਫੌਜ ਦੇ ਵਿੱਚ ਵੀ ਹਰ ਮਜ਼ਹਬ ਦੇ ਲੋਕ ਹਨ, ਸਿੱਖ ਸਰਦਾਰ ਵੀ ਹਨ, ਹਿੰਦੂ ਵੀ ਹਨ, ਮੁਸਲਮਾਨ ਵੀ ਹਨ, ਕ੍ਰਿਸਚਨ ਵੀ ਹਨ, ਬਾਕੀ ਕੌਮਾਂ ਮਜ਼ਹਬਾਂ ਦੇ ਲੋਕ ਵੀ ਸ਼ਾਮਲ ਹਨ। ਇਸ ਤਰੀਕੇ ਉਹਨਾਂ ਦੀ ਫੌਜ ਦੇ ਵਿੱਚ ਸਿੱਖ ਵੀ ਹਨ, ਹਿੰਦੂ ਵੀ ਹਨ, ਕ੍ਰਿਸਚਨ ਵੀ ਹਨ, ਮੁਖਤਲਿਫ ਕੌਮਾਂ ਦੇ ਮਜ਼ਹਬਾਂ ਦੇ ਲੋਕ ਹਨ। ਉਹਨਾਂ ਦਾ ਤੁਹਾਡੇ ਨਾਲ ਉੱਥੇ ਰਵੱਈਆ ਕੀ ਹੁੰਦਾ ਸੀ?
ਸਾਡੇ ਨਾਲ ਹਿੰਦੂਆਂ ਦਾ ਰਵੱਈਆ ਜਿਹੜਾ ਹੈ ਨਾ ਜੀ, ਇਹਨਾਂ ਦਾ ਬੜਾ ਸਾਡੇ ਖਿਲਾਫ ਸਨ ਬਹੁਤ। ਸਿੱਖ ਸਰਦਾਰ ਆਉਂਦੇ ਸਨ, ਕਦੇ ਕਦੇ ਉਹ ਚੈਕਿੰਗ ਕਰਨ ਆਉਂਦੇ ਸਨ ਸਾਡੇ ਕੈਂਪਾਂ ਦੀ, ਔਰ ਸਾਨੂੰ ਸਮਝਾਉਂਦੇ ਸਨ ਕਿ ਤੁਸੀਂ ਇਹਨਾਂ ਕੋਲ ਸਬਕ ਸਿੱਖ ਕੇ ਜਾਓ ਕਿ ਇੰਡੀਆ ਨੇ ਤੁਹਾਡੇ ਕੋਲ ਕਿਵੇਂ ਤੁਹਾਡਾ ਮੁਲਕ ਜਿਹੜਾ ਹੈ ਨਾ ਅੱਧਾ ਤੋੜ ਦਿੱਤਾ ਹੈ। ਇੱਥੋਂ ਸਬਕ ਸਿੱਖ ਕੇ ਜਾਇਆ ਜੇ, ਤਾਂ ਕਿ ਇੱਥੋਂ ਜਿਹੜਾ ਨਾ ਕੋਈ ਹਾਲਾਤ ਇੱਥੋਂ ਦੇ ਜਿਹੜੇ ਨੇ ਇਹਨਾਂ ਨਾਲ ਲੜਨਾ ਲੁੜਨਾ ਨਹੀਂ ਹੈਗਾ, ਠੀਕ ਕਰਕੇ ਰਹੋ, ਆਰਾਮ ਨਾਲ ਇੱਥੇ ਰਹੋ, ਜ਼ਿੰਦਗੀ ਗੁਜ਼ਾਰੋ, ਤੇ ਤੁਸੀਂ ਵਕਤ ਆਏਗਾ ਤਾਂ ਤੁਸੀਂ ਵਾਪਸ ਚਲੇ ਜਾਓ। ਇੰਡੀਆ ਸਿੱਖ ਜਿਹੜੇ ਨੇ ਬਹੁਤ ਅੱਛੇ ਸਨ, ਸਾਡੇ ਨਾਲ ਬੜਾ ਅੱਛਾ ਸਲੂਕ ਕਰਦੇ ਸਨ। ਚਾਚਾ ਤੁਫੈਲ ਦਾ ਕਹਿਣਾ ਹੈ ਕਿ ਸਿੱਖ ਸਰਦਾਰ, ਉਹਨਾਂ ਦੀ ਅਜ਼ਮਤ ਨੂੰ ਸਲਾਮ, ਕਿ ਉਹਨਾਂ ਦਾ ਸਾਡੇ ਨਾਲ ਰਵੱਈਆ ਬਹੁਤ ਅੱਛਾ ਸੀ, ਤੇ ਜਿਹੜੇ ਹਿੰਦੂ ਸਨ, ਹਿੰਦੂ ਫੌਜੀ, ਉਹ ਸਾਡੇ ਨਾਲ ਉੱਥੇ ਜ਼ੁਲਮ ਵੀ ਕਰਦੇ ਸਨ, ਜ਼ਿਆਦਤੀ ਵੀ ਕਰਦੇ ਸਨ, ਲੇਕਿਨ ਸਿੱਖ ਸਰਦਾਰ ਜਿਹੜਾ ਉਹ ਸਾਨੂੰ ਹੌਸਲਾ ਦਿੰਦੇ ਸਨ, ਹਿੰਮਤ ਦਿੰਦੇ ਸਨ, ਔਰ ਤੁਹਾਨੂੰ ਪੁੱਛਦੇ ਸਨ ਕਿ ਕਿਸੇ ਚੀਜ਼ ਦੀ ਜ਼ਰੂਰਤ ਜਾਂ ਖਾਣ ਪੀਣ ਦੇ ਬਾਰੇ ਸਿੱਖ ਸਰਦਾਰ ਪੁੱਛਦੇ ਸਨ, ਜਿਹੜੇ ਅਫਸਰ ਆਉਂਦੇ ਪੁੱਛਦੇ ਸਨ ਵੀ ਰਾਸ਼ਨ ਠੀਕ ਮਿਲ ਰਿਹਾ, ਕੋਈ ਚੀਜ਼ ਦਵਾਈਆਂ ਸਹੀ ਮਿਲ ਰਹੀਆਂ ਨੇ, ਗੋਸ਼ਤ ਵਗੈਰਾ ਹਰ ਚੀਜ਼ ਉਹ ਚੈੱਕ ਕਰਦੇ ਸਨ। ਤੇ ਉਹ ਜਿਸ ਦਿਨ ਉਹਨਾਂ ਦਾ ਦੌਰਾ ਹੁੰਦਾ ਸੀ ਨਾ, ਸਿੱਖ ਕੋਈ ਅਫਸਰ ਆਉਂਦਾ ਸੀ, ਵੱਡਾ ਅਫਸਰ ਬ੍ਰਿਗੇਡੀਅਰ ਆਇਆ ਜਾਂ ਕੋਈ ਕਰਨਲ ਆਇਆ, ਉਸ ਦਿਨ ਉਹ ਅੱਛਾ ਖਾਣਾ ਜਿਹੜਾ ਨਾ, ਬੱਕਰੇ ਵੀ ਅੱਛੀ ਚੀਜ਼ ਦਿੰਦੇ ਸਨ। ਔਰ ਉਸ ਤੋਂ ਬਾਅਦ ਜਿਹੜੇ ਉਹ ਚਲਾ ਜਾਂਦਾ ਸੀ, ਉਸ ਤੋਂ ਬਾਅਦ ਜਿਹੜਾ ਨਾ ਮੋੜ ਜਿਸ ਤਰ੍ਹਾਂ ਦਾ ਰੂਟੀਨ ਚੱਲਦਾ ਸੀ, ਉਹ ਮਾੜਾ ਸਾਨੂੰ ਦਿੰਦੇ ਸਨ। ਅੱਛਾ, ਜਦੋਂ ਤੁਸੀਂ ਉੱਥੇ ਕੈਂਪਾਂ ਦੇ ਵਿੱਚ ਰਹੇ, ਕੋਈ ਐਸਾ ਵਾਕਿਆ ਹੋਇਆ ਹੋਵੇ ਕਿ ਜਿੰਦੇ ਵਿੱਚ ਉਹ ਹਿੰਦੂ ਫੌਜੀਆਂ ਨੇ ਤੁਹਾਡੇ ਤੇ ਜ਼ੁਲਮ ਕੀਤਾ ਹੋਵੇ, ਜ਼ਿਆਦਤੀ ਕੀਤੀ ਹੋਵੇ, ਤੇ ਅੱਗੋਂ ਤੁਸੀਂ ਮਜ਼ਾਮਤ ਕੀਤੀ ਹੋਵੇ, ਜਾਂ ਤੁਸੀਂ ਕੋਈ ਉਹਨਾਂ ਦੇ ਹੱਥੀ ਬੱਕੀ ਪਏ ਹੋਏ, ਜਾਂ ਉਹਨਾਂ ਨੂੰ ਮਾਰਿਆ ਕੁੱਟਿਆ ਹੋਵੇ, ਜਾਂ ਇਸ ਤਰ੍ਹਾਂ ਦਾ ਕੋਈ ਵਾਕਿਆ ਹੋਇਆ? ਹਾਂ, ਉੱਥੇ ਇੱਕ ਵਾਕਿਆ ਆਇਆ, 50 ਨੰਬਰ ਕੈਂਪ ਹੈ ਉੱਥੇ ਸਾਗਰ। ਉੱਥੇ ਅਸੀਂ ਤੂੰ ਮੇਰੇ ਤੋਂ ਮੈਨੂੰ ਉੱਥੇ ਲੈ ਗਏ ਸਨ ਸਾਗਰ, ਚੰਦ ਬੰਦੇ ਉੱਥੇ ਲੈ ਕੇ ਜਾ ਕੇ ਇਹਨਾਂ ਨੇ ਉੱਥੇ ਕੋਲਾ ਬਹੁਤ ਹੈ, ਪਹਾੜੀ ਇਲਾਕਾ ਸੀ। ਉੱਥੇ ਇੱਕ ਸਾਡੇ ਨਾਲ ਇਸ ਕੈਂਪ ਨਾਲ ਹੀ ਕੈਪਟਨ ਰਹਿੰਦਾ ਸੀ, ਨਾਲ ਉਹਨਾਂ ਦਾ ਕੈਂਪ ਸੀ ਅਫਸਰਾਂ ਦਾ। ਤੋਂ ਕਨਾਈ ਆਉਂਦਾ ਸੀ, ਉਹਨਾਂ ਦਾ ਦਾੜੀ ਮੁੰਨਣ ਵਾਲਾ ਮੁਲਾਜ਼ਮ ਸੀ ਸਰਕਾਰੀ, ਉਹ ਬਦਤਮੀਜ਼ੀ ਕਰਦਾ ਹੁੰਦਾ ਸੀ ਅਫਸਰਾਂ ਨਾਲ ਵੀ, ਤੇ ਸਾਡੇ ਨਾਲ ਵੀ ਜ਼ਿਆਦਾ। ਨਾਲ ਹੁੰਦੇ ਦੋ ਗਾਰਡ ਹੁੰਦੇ ਸੀ, ਬਦਤਮੀਜ਼ੀ ਨੂੰ ਸਮਝਾਉਂਦੇ ਸੀ ਵੀ ਤੂੰ ਇਸ ਤਰ੍ਹਾਂ ਨਾ ਕਰਿਆ ਕਰ। ਅਖੀਰ ਉਹ ਕੋਈ 2-4 ਮਹੀਨੇ ਤੋਂ ਬਾਅਦ ਜਨਾਬ ਅਲੀ ਉਹ ਆਇਆ, ਤੇ ਸਾਡੇ ਕੈਪਟਨ ਸਾਹਿਬ ਨੇ ਜਨਾਬ ਅਲੀ ਉਹ ਜਿਸਲੇ ਅੰਦਰ ਆਇਆ, ਅੰਦਰ ਵੜ ਗਿਆ, ਪਿੱਛੋਂ ਨੇ ਜੰਦਰਾ ਮਾਰ ਦਿੱਤਾ। ਉਹ ਕੈਪਟਨ ਸਾਹਿਬ ਨੇ ਜਨਾਬ ਉਹਦੇ ਕੋਲ ਉਸ ਤਰ੍ਹਾਂ ਖੋ ਕੇ ਉਹਦਾ ਗਲ ਵੱਢ ਦਿੱਤਾ, ਗਲ ਵੱਢ ਕੇ ਆਪ ਨਿਕਲ ਗਿਆ, ਨਾਲ ਬੰਦੇ ਵੀ ਲੈ ਗਿਆ। ਚਾਚੇ ਤੁਫੈਲ ਦਾ ਕਹਿਣਾ ਹੈ ਕਿ ਇੱਕ ਹਿੰਦੂ ਮੁਲਾਜ਼ਮ ਸੀ, ਫੌਜ ਦਾ ਨਾਈ ਸੀ, ਸੇਵਾ ਕਰਨ ਵਾਸਤੇ, ਵਾਲ ਕੱਟਣ ਵਾਸਤੇ ਸਾਡੇ ਕੈਂਪਾਂ ਦੇ ਵਿੱਚ ਉਹਨੂੰ ਭੇਜਿਆ ਜਾਂਦਾ ਸੀ, ਨਾਲ ਉਹਦੇ ਗਾਰਡ ਹੁੰਦੀ ਸੀ, ਤੇ ਨਾਲ ਉਹਦੇ ਗਾਰਡ ਵੀ ਹੁੰਦੀ ਸੀ। ਉਹ ਆ ਕੇ ਬਦਤਮੀਜ਼ੀ ਕਰਦਾ ਸੀ, ਬਦਕਲਾਮੀ ਕਰਦਾ ਸੀ, ਉਹਦਾ ਰਵੱਈਆ ਅੱਛਾ ਨਹੀਂ ਸੀ। ਤੇ ਸਾਡੇ ਇੱਕ ਕੈਪਟਨ ਸਾਹਿਬ ਸਨ, ਉਹਦੀ ਉਹ ਸ਼ੇਵ ਕਰਨ ਲੱਗਿਆ, ਉਹਨੇ ਬਦਤਮੀਜ਼ੀ ਕੀਤੀ, ਤੇ ਕੈਪਟਨ ਸਾਹਿਬ ਨੇ ਉਸ ਨਾਈ ਕੋਲ ਉਸ ਤਰ੍ਹਾਂ ਖੋਹ ਲਿਆ, ਉਸ ਤਰ੍ਹਾਂ ਖੋਹ ਕੇ ਤੇ ਨਾਈ ਦਾ ਗਲ ਵੱਢ ਦਿੱਤਾ। ਉਸ ਤੋਂ ਬਾਅਦ ਬਾਹਰ ਸੰਤਰੀ ਖੜੇ ਸੀ ਇੱਕ ਦੋ, ਉਹਨਾਂ ਦਾ ਵੀ ਗਲ ਵੱਢ ਕੇ ਤੇ 8-10 ਬੰਦੇ ਜਿਹੜੇ ਹੈ ਨਾਲ ਫੌਜੀ ਲੈ ਕੇ, ਤੇ ਸਾਡਾ ਉਹ ਕੈਪਟਨ ਸਾਹਿਬ ਉੱਥੋਂ ਹਿੰਦੂ ਫੌਜੀ ਕੈਂਪ ਦੇ ਵਿੱਚੋਂ ਫਰਾਰ ਹੋ ਗਿਆ। ਤੇ ਤੁਸੀਂ ਕੋਈ ਐਸਾ ਵਾਕਿਆ ਸੁਣਾਓ ਕਿ ਕਿਸੇ ਸਿੱਖ ਸਰਦਾਰ ਨੇ ਤੁਹਾਡੇ ਨਾਲ ਕੋਈ ਯਾਦਗਾਰ ਸਲੂਕ ਕੀਤਾ ਹੋਵੇ? ਇੱਕ ਸਿੱਖ ਆਇਆ ਸੀ ਉੱਥੇ, ਉਹਨੇ ਮੈਨੂੰ ਪੁੱਛਿਆ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਬਹੁਤ ਅੱਛਾ ਅਫਸਰ ਸੀ ਉਹ ਜਨਾਬ। ਮੈਂ ਉਹਨੂੰ ਪੁੱਛਿਆ, ਮੈਂ ਆਖਿਆ ਜੀ ਮੈਂ ਰਹਿਣ ਵਾਲਾ ਹਵੇਲੀ ਲੱਖੇ ਦਾ, ਹੈਡ ਸੁਲੇਮਾਨ ਕੀ ਦਾ। ਉਸ ਤੋਂ ਬਾਅਦ ਉਹ ਕਹਿਣ ਲੱਗਾ ਯਾਰ ਉੱਥੇ ਤੂੰ ਕਿਸੇ ਬੰਦੇ ਨੂੰ ਜਾਣਨਾ ਹੈ? ਮੈਂ ਆਖਿਆ ਜੀ ਮੇਰਾ ਇਲਾਕਾ ਹੈ, ਮੈਂ ਸਾਰਿਆਂ ਨੂੰ ਜਾਣਨਾ। ਆਖਿਆ ਮਨਜ਼ੂਰ ਵੱਟੂ ਦਾ, ਉਹਨੇ ਮੇਰੇ ਕੋਲ ਪੁੱਛਿਆ ਜੀ, ਅਤਾ ਦਾ, ਮਾਣੇਕੇ ਦਾ ਪੁੱਛਿਆ, ਇਸ ਤਰ੍ਹਾਂ ਜੀ ਨੇ ਕਲਸਾਂ ਦਾ ਪੁੱਛਿਆ, ਦੀਵਾਨ ਦਾ ਪੁੱਛਿਆ। ਮੈਂ ਉਹਨੂੰ ਦੱਸਿਆ ਜੀ ਦਾਰੇਕੇ ਅਲੀ ਮੁਹੰਮਦ ਦਾਰੇਕੇ ਦਾ ਪੁੱਛਿਆ, ਉਹਨਾਂ ਦਾ ਮੈਂ ਉਹਨੂੰ ਦੱਸਦਾ ਰਿਹਾ। ਤੇ ਫਿਰ ਮੈਨੂੰ ਕਹਿਣ ਲੱਗਾ ਯਾਰ ਜਦੋਂ ਅੱਲਾ ਖੈਰੀਅਤ ਨਾਲ ਤੁਹਾਨੂੰ ਘਰ ਲੈ ਜਾਵੇ ਤੇ ਵਾਪਸ ਜਾਵੇ ਤਾਂ ਮੇਰਾ ਸਲਾਮ ਦੁਆ ਨਾ ਦੇ। ਮੈਂ ਕਿਹਾ ਜੀ ਠੀਕ ਹੈ, ਮੈਂ ਉਹਨਾਂ ਸਲਾਮ ਦੁਆ ਤੁਹਾਡਾ ਦੇ ਦਿਆਂਗਾ। ਚਾਚਾ ਤੁਫੈਲ ਦਾ ਕਹਿਣਾ ਹੈ ਕਿ ਇੱਕ ਦਿਲਚਸਪ ਵਾਕਿਆ ਹੋਇਆ ਹੈ ਕਿ ਉੱਥੇ ਇੱਕ ਕਰਨਲ ਸਿੱਖ ਉਹਨਾਂ ਦੀ ਫੌਜ ਦਾ ਉਹ ਆਇਆ, ਤੇ ਉਹ ਸਾਰਿਆਂ ਕੋਲੋਂ ਪੁੱਛਣ ਲੱਗ ਪਿਆ ਤੂੰ ਕਿੱਥੇ ਰਹਿਣਾ, ਤੂੰ ਕਿੱਥੇ ਰਹਿਣਾ। ਤੇ ਮੇਰੇ ਕੋਲ ਉਹਨੇ ਪੁੱਛਿਆ, ਤੇ ਮੈਂ ਉਹਨੂੰ ਦੱਸਿਆ ਕਿ ਮੈਂ ਹੈਡ ਸੁਲੇਮਾਨ ਕੀ ਰਹਿਣਾ। ਜਦੋਂ ਹੈਡ ਸੁਲੇਮਾਨ ਕੀ ਹਵੇਲੀ ਲੱਖਾ ਦਾ ਨਾਂ ਆਇਆ, ਤੇ ਉਹ ਕਰਨਲ ਸਿੱਖ ਇੱਥੋਂ ਦੇ ਲੋਕਾਂ ਤੋਂ ਵਾਕਫ ਸੀ, ਕਿਉਂਕਿ ਮੀਆਂ ਮਨਜ਼ੂਰ ਵੱਟੂ ਦੀ ਫੈਮਿਲੀ ਵੀ ਪਹਿਲੇ ਆਲਰੇਡੀ ਇੰਡੀਆ 'ਚ ਰਹਿੰਦੇ ਸਨ, ਔਰ ਜਦੋਂ ਪਾਕਿਸਤਾਨ ਬਣਿਆ ਤੇ ਫਿਰ ਇਹ ਪਾਕਿਸਤਾਨ ਵਿੱਚ ਸ਼ਿਫਟ ਹੋ ਗਏ। ਉਹ ਉਸੇ ਇਲਾਕੇ ਦੇ ਰਹਿਣ ਵਾਲਾ ਸੀ। ਉਹ ਚਾਚੇ ਤੁਫੈਲ ਕੋਲ ਪੁੱਛਿਆ ਉਹਨੇ ਕਿ ਕਿਹਨੂੰ ਜਾਣਨਾ ਹੈ, ਤੇ ਫਿਰ ਚਾਚੇ ਤੁਫੈਲ ਦੱਸ ਰਹੀ ਹੈ ਕਿ ਮੈਂ ਕਲਸਾਂ ਦਾ ਨਾਂ ਲਿਆ, ਦਾਰੇਕਿਆਂ ਦਾ ਨਾਂ ਲਿਆ, ਮੀਆਂ ਮਨਜ਼ੂਰ ਵੱਟੂ ਦਾ ਨਾਂ ਲਿਆ, ਮਾਣੇਕੇ ਮੀਆਂ ਅਤਾ ਮੁਹੰਮਦ ਦਾ ਨਾਂ ਲਿਆ। ਤੇ ਉਹ ਬੜਾ ਖੁਸ਼ ਹੋਇਆ, ਕਹਿੰਦਾ ਯਾਰ ਉਹ ਤਾਂ ਮੇਰੇ ਤਲਕ ਵਾਲੇ ਹਨ, ਸਾਡਾ ਉਹਨਾਂ ਨਾਲ ਇੱਕ ਬੜਾ ਗਹਿਰਾ ਤਲਕ ਸੀ। ਤੇ ਚਲੋ ਅੱਲਾਹ ਤਾਲਾ ਜਦੋਂ ਤੁਹਾਨੂੰ ਇੱਥੋਂ ਰਿਹਾਈ ਦੇਵੇ, ਤੁਸੀਂ ਹਿੰਦੁਸਤਾਨ ਵਿੱਚੋਂ ਵਾਪਸ ਕੈਦ ਕੱਟ ਕੇ ਪਾਕਿਸਤਾਨ ਜਾਓ, ਤੇ ਮੇਰਾ ਉਹਨਾਂ ਨੂੰ ਸਲਾਮ ਆਖਿਆ ਜੀ। ਤੇ ਬੜੀ ਗੱਲ ਹੈ ਜੀ, ਸਾਡੇ ਕੁਛ ਸਿਆਸਤਦਾਨ ਇੱਥੇ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਰਹੇ ਨੂੰ, ਉਹਨਾਂ ਦੀ ਉੱਧਰ ਰਿਹਾਇਸ਼ ਰਹੀ ਹੈ, ਤੇ ਸਿੱਖ ਸਰਦਾਰ ਅਫਸਰ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਦਾ ਨਾਂ ਲਿਆ, ਔਰ ਸਾਡੇ ਜਿਹੜੇ ਉੱਥੇ ਫੌਜੀ ਕੈਦ ਸਨ ਉਹਨਾਂ ਦੇ ਨਾਲ ਮੁਹੱਬਤ ਨਾਲ ਪੇਸ਼ ਆਉਂਦੇ ਰਹੇ। ਮੈਂ ਸਿੱਖ ਸਰਦਾਰਾਂ ਨੂੰ ਸਲਾਮ ਅਰਜ਼ ਕਰਨਾ, ਉਹਨਾਂ ਨੂੰ ਸਲੂਟ ਮਾਰਨਾ ਕਿ ਤੁਸੀਂ ਗਯੂਰ ਕੌਮ ਹੋ, ਤੁਸੀਂ ਬਹਾਦਰ ਕੌਮ ਹੋ, ਤੁਸੀਂ ਨਿਡਰ ਕੌਮ ਹੋ, ਔਰ ਤੁਸੀਂ ਗੈਰਤਮੰਦ ਕੌਮ ਹੋ। ਅੱਛਾ ਚਾਚਾ ਤੁਫੈਲ, ਜਦੋਂ ਤੁਸੀਂ 2 ਸਾਲਾਂ ਬਾਅਦ ਵਾਪਸ ਆਏ ਤੇ ਫਿਰ ਇੱਥੇ ਪਹੁੰਚੇ, ਤੁਹਾਨੂੰ ਕਿੰਨੇ ਅੱਗੋਂ ਰਿਸੀਵ ਕੀਤਾ ਸੀ? ਇੱਥੇ ਜਦੋਂ ਅਸੀਂ ਕੈਂਪ ਲਿਆਉਂਦੇ ਸੀ, ਸਾਡਾ ਕੈਂਪ ਸੀ 40 ਨੰਬਰ ਕੈਂਪ ਮੇਰਠ 'ਚ। ਉੱਥੋਂ ਸਾਨੂੰ ਉਹਨਾਂ 2 ਦਿਨ ਪਹਿਲੇ ਦੱਸ ਦਿੱਤਾ ਵੀ ਤੁਸੀਂ 4 ਤਰੀਕ ਨੂੰ ਇੱਥੋਂ ਚਲੇ ਜਾਣਾ ਹੈ।
ਗੱਡੀ ਤੁਹਾਡੀ ਤਿਆਰ ਹੈ ਔਰ ਤੁਸੀਂ ਜਾਣਾ ਹੈ ਵਾਘੇ ਤੇ। ਸਾਨੂੰ ਉੱਥੋਂ ਉਹਨੇ ਨਾਲ ਸਵੇਰ ਨਾਸ਼ਤਾ ਕਰਾ ਕੇ ਤੇ ਗੱਡੀ 'ਚ ਬਿਠਾ ਲਿਆ। ਉੱਥੋਂ ਉਹਨਾਂ ਨੇ ਗੱਡੀ 'ਚ ਬਿਠਾਇਆ ਤੇ ਆ ਕੇ ਵਾਘੇ ਅਟਾਰੀ ਜਿਹੜਾ ਉਹਨਾਂ ਸਾਨੂੰ ਉਤਾਰਿਆ। ਉਤਾਰ ਕੇ ਉੱਥੋਂ ਪੈਦਲ ਚੱਲਣਾ ਪੈਂਦਾ ਸੀ। ਵਾਘੇ ਆਏ ਜੀ, ਉੱਥੇ ਉਹਨਾਂ ਨੇ ਲਿਸਟਾਂ ਇਹਨਾਂ ਦੇਤੀਆਂ, ਬੰਦੇ ਗਿਣ ਕੇ ਜਨਾਬ ਇੱਧਰ ਸਾਡਾ ਆ ਜਾਂਦੇ ਸੀ, ਕਰਨਲ ਆ ਜਾਂਦਾ ਸੀ ਜਾਂ ਕੋਈ ਜਨਰਲ ਆ ਜਾਂਦਾ ਇਸਤਕਬਾਲ ਕਰਨ ਵਾਸਤੇ। ਉਹ ਸਾਨੂੰ ਉੱਥੇ ਚਾਹ ਸ਼ਾਹ ਪਿਆਉਂਦੇ, ਇਸਤਕਬਾਲ ਕਰਕੇ ਅੱਛਾ ਤਾਂ ਉਸ ਤੋਂ ਬਾਅਦ ਆਪਣੀ ਆਪਣੀ ਯੂਨਿਟ 'ਚ ਅਸੀਂ ਚਲੇ ਜਾਂਦੇ ਸੀ। ਜੀ ਇਹ ਸਨ ਸਾਡੇ 2 ਜੰਗਾਂ ਲੜਨ ਵਾਲੇ ਗਾਜ਼ੀ, हैड सुलेमान की हवेली लखा धरती दे सपूत, बहादुर निडर और जंगजू साडे बजुर्ग चाचा मोहम्मद तुफैल साहब ਜਿਹੜੇ 2 ਸਾਲ ਇੰਡੀਆ ਦੀ ਕੈਦ 'ਚ ਰਹੇ। 1965 ਦੀ ਜੰਗ ਵੀ ਲੜੀ, 1971 ਦੀ ਜੰਗ ਵੀ ਲੜੀ। ਸਾਨੂੰ ਇਹਨਾਂ ਆਪਣੇ ਗਾਜ਼ੀਆਂ ਤੇ ਆਪਣੀ ਫੌਜ ਤੇ ਫਖਰ ਹੈ, ਸਾਨੂੰ ਮਾਣ ਹੈ ਔਰ ਸਾਡਾ ਇਹ ਫਖਰ ਹੈ। ਕੁਝ ਲੋਕ ਫੌਜ ਦੇ ਖਿਲਾਫ ਜ਼ਬਾਨ ਦਰਾਜ਼ੀ ਕਰਦੇ ਨੂੰ, बुरा भला कहते ਨੂੰ, मैं उन्होंने ये कहांगा कि कुछ गैरत करो, कुछ हया करो। फौज है तो साडा मुल्क महफूज है। तुसी वेख्या उसी कि थोड़े दिन पहले साडा हमसाया मुल्क अफगानिस्तान, उत्थों दी फौज ने 3 दिनों दे विच पूरा मुल्क दे दिता ते साडी फौज अलहमदुलिल्लाह दुनिया की बेहतरीन फौज है। इस वक्त पाकिस्तान की फौज दुनिया की बेहतरीन फौज च शुमार हुंदा है और साडे मुहाफिज हैं ये बार्डर ते पहरा देंदे नूं और असी घर आराम सकून नाल सौंने हैं। सानू कोई फिक्र नहीं हुंदी अपनियां जानां दा नजराना पेश करदे नूं। ये अपने बच्चे जिहड़ा है उन्हां दी जानां दा नजराना पेश करदे नूं। मेरा सलाम है ऐसे जवानां नूं, इस धरती मां दे सपूतां नूं, पाक फौज दे जवानां नूं ते अल्लाह ताला साडे मुल्क नूं महफूज रखे। जदों तक साडे मुहाफिज मजबूत हैं और पुरअज़म हैं, इंशाअल्लाह पाकिस्तान की तरफ कोई मैली अख करके नहीं वेख सकता। जेड़ा पाकिस्तान की तरफ कोई भी दुश्मन मैली अख करके वेखेगा, साडी पाक फौज उन्होंने नेस्तो नबूद करन दा अज़म रखदी है। इहदे नाल ही अपने मेज़बान शहीद सईद वट्टू नूं ते साडे इस गाजी नूं और मेरे इन्हां जिहड़े नाल बैठे दोस्तां नूं इजाज़त दिओ। ये मेरा पंजाब सवेरा चैनल इंशाअल्लाह मुख्तलिफ प्रोग्राम पेश करता रहेगा, जिंदे विच इलाके की सकाफत के हवाले नाल मुख्तलिफ इंटरव्यू भी साढ़े आवणगे, मुख्तलिफ लोगों के इंटरव्यू आवणगे, मज़ाहिया प्रोग्राम भी होणगे, सियासतदानां के भी इंटरव्यू होणगे। अपने इलाके की सकाफत नूं भी असीं इत्थे मुतारफ करावांगे इंशाअल्लाह इस चैनल ते जिन्ने भी मेरे चैनल वेखण वाले दोस्त हैं इस चैनल नूं सबसक्राइब करना मत भुल्लिएगा और नाल घंटी का बटन भी दबाना है ताकि साडी हर नवीं आवन वाली वीडियो तुहाडे तक पहुँच जाए। पाकिस्तान जिंदाबाद, पाक फौज जिंदाबाद।